अस्सलाम वालेकुम सर जी वालेकुम अस्सलाम सर की हाल चाल जी अल्लाह का शुक्र है रंधावा साहब ਤੁਸੀਂ ਸੁਣਾਓ ठीक शुक्र अल्लाह पाक दा ते सारा ਏਡੀ ਵੱਡੀ ਬੜਾ ਲੈਣ ਦੀ ਜੇ ਤੇ ਇਹਦੇ ਬਾਰੇ ਕੋ ਥੋੜੀ ਜੀ ਅਪਡੇਟ ਦਿਓ ਹਾਂ ਵੀ ਇਹ ਕੀ ਕਰਦੀ ਦੇਖੋ ਜੀ ਸਾਡਾ ਫਸਟ ਆਫ ਆਲ ਵੈਲਕਮ ਤੁਸੀਂ ਤਸ਼ਰੀਫ ਲਿਆਏ ਹਾਂਜੀ ਸਾਡਾ ਇਹ ਜਿਹੜਾ ਟਰੈਕਟਰ ਹੈ ਇਹ ਸਾਡੇ ਹੁਣ ਜ਼ਿਮੀਂਦਾਰ ਦੀ ਜ਼ਰੂਰਤ ਵੀ ਹੈ ਹਾਈ ਹਾਰਸ ਪਾਵਰ ਟਰੈਕਟਰਸ ਜਿਸ ਤਰ੍ਹਾਂ ਅਲਹਮਦੁਲਿਲਾ ਇੱਕ ਅੱਛਾ ਸਿਗਨਲ ਔਰ ਇੱਕ ਅੱਛੀ ਗੱਲ ਇਹ ਹੈ ਕਿ ਸਾਡੇ ਜਿਹੜੀ ਲੈਂਡ ਡਿਵੈਲਪਮੈਂਟ ਸਾਡੇ ਮੁਲਕ 'ਚ ਹੁਣ ਚੱਲ ਰਹੀ ਹੈ ਕਈ ਲੱਖ ਏਕੜ बल्कि कई लाख नहीं कई मिलियन एकड़ साढ़े हुण डिवेलपमेंट होने जा रहे हैं चोलिस्तान से यजमान बहुत सारे ग्रुप जड़े ने जाके हुण लैंड डिवेलपमेंट कर रहे हैं सारा सहरा साडा आबाद होने जा रहा है यानी कि कलर नू आबाद कर रहे हैं हाँ और बहुत अच्छी गल है इंशाल्लाह उम्मीद है कि कमिंग ईयर्स ਉਹਦੇ ਨਾਲ ਪਾਕਿस्तान ਦੀ ਜ਼ਰਾਅਤ ਦੇ ਵਿੱਚ ਹੋਰ बहुत इंशाल्लाह एक बहुत अच्छा एक ਜਿਹੜਾ ਕਦਮ ਹੈ ਔਰ ਉਹਦੇ ਵਿੱਚ ਸਾਡੇ ਇਹ ਜਿਹੜਾ ਟਰੈਕਟਰ ਹੈ ਬਹੁਤ ਜ਼ਰੂਰੀ ਹੈ ਇਹ ਹਾਈ ਹਾਰਸ ਪਾਵਰ ਟਰੈਕਟਰਸ ਦੀ ਡਿਮਾਂਡ ਹੁਣ ਸਾਡੇ ਮੁਲਕ 'ਚ ਦਿਨ ਬ ਦਿਨ ਵਧ ਰਹੀ ਹੈ ਠੀਕ ਹੈ ਇਹ ਉਹਨੂੰ ਸੋਚਦੇ ਹੋਇਆ ਗਾਰਡ ਨੇ अपना ਅਸੀਂ ਇਸ ਰੇਂਜ ਦੇ ਵਿੱਚ 50 75 ਤੇ ਦੇਖੋ ਸਾਡੇ ਜ਼ਿਮੀਂਦਾਰ ਦੀ ਇੱਕ ਜ਼ਰੂਰਤ ਤੇ ਹੈ ਹੀ ਸਾਡਾ ਛੋਟਾ ਜ਼ਿਮੀਂਦਾਰ ਜਿਹੜਾ ਇੱਕ ਮੁਰੱਬੇ ਤੱਕ ਵਾਹੀ ਕਰਦਾ ਉਹਦੇ ਲਈ ਬਿਹਤਰੀਨ ਹੈ ਬਟ ਉਸ ਤੋਂ ਅੱਗੇ ਤੁਸੀਂ ਅਗਰ ਲੈਂਡ ਡਿਵੈਲਪਮੈਂਟ 'ਚ ਜਾਣਾ ਹੈ ਜਾਂ ਸਾਡੀ ਹੁਣ ਜਿਹੜੀ ਦੂਸਰੀ ਗ੍ਰੀਨ ਲਾਈਨ ਜਿੰਨੀ ਮਸ਼ੀਨਰੀ ਹੈ ਸਾਡੇ ਬੇਲਰਸ ਨੇ ਚੌਪਰਸ ਨੇ ਮੂਵਰ ਨੇ ਰੈਕਰ ਨੇ ਉਹ ਸਾਰੀ ਜਿਹੜੀ ਹੈਵੀ ਗ੍ਰੀਨ ਲਾਈਨ ਦੀ ਮਸ਼ੀਨਸ ਨੇ ਉਹਨਾਂ ਵਾਸਤੇ ਇਹ ਟਰੈਕਟਰ ਹੈ ਔਰ ਲੈਂਡ ਡਿਵੈਲਪਮੈਂਟ ਦੇ ਵਿੱਚ ਜਿਸ ਤਰ੍ਹਾਂ ਮੈਂ ਗੱਲ ਕੀਤੀ ਅਗਰ ਵੱਡੇ ਇੰਪਲੀਮੈਂਟ ਤੁਸੀਂ ਯੂਜ਼ ਕਰਨੇ ਨੇ ਡਿਸਕ ਹੈਰੋ ਹੈ ਜਾਂ ਤੁਹਾਡੇ ਡੀਪ ਪਲੋਇੰਗ ਵਾਲੇ ਜਿਹੜੇ ਇੰਪਲੀਮੈਂਟਸ ਨੇ ਸਾਡੇ ਗਹਿਰੀ ਜਿਹੜੀ ਹਲ ਚਲਾਉਣ ਵਾਸਤੇ ਉਹ ਇਸ ਟਰੈਕਟਰ ਦੇ ਉੱਤੇ ਜਿਹੜਾ ਨਾ ਉਹਦੇ ਨਾਲ ਤੁਸੀਂ ਇਸਤੇਮਾਲ ਕਰ ਸਕਦੇ ਹੋ ਇਹ ਟਰੈਕਟਰ ਬਹੁਤ ਹੈਵੀ ਡਿਊਟੀ ਹੈ ਛੋਟੇ ਫਾਰਮਰ ਵਾਸਤੇ ਤਾਂ ਨਹੀਂ ਹੈ ਇਹਦੀ ਪ੍ਰਾਈਸ ਵੀ ਕਿਉਂਕਿ ਅਸੀਂ ਤਾਂ ਬੜੀ ਰੀਜ਼ਨੇਬਲ ਰੱਖੀ ਹੈ ਪਰ ਉਸ ਦੇ ਬਾਵਜੂਦ ਵੀ ਸਾਡੇ ਛੋਟੇ ਜ਼ਿਮੀਂਦਾਰ ਦੀ ਪਹੁੰਚ ਤੋਂ ਬਾਹਰ ਹੈ ਅੱਛਾ ਸਰ ਕਿੰਨੇ ਸਿਲੰਡਰ ਜਿਹਦਾ ਇੰਜਨ ਕਿੰਨੇ ਸਿਲੰਡਰ ਆ ਇੰਜਨ ਤੇ ਇਹਦਾ ਵੀ 4 ਸਿਲੰਡਰ ਹੀ ਹੈ ਠੀਕ ਬਟ ਇਹ 110 ਹਾਰਸ ਪਾਵਰ ਹੈ ਟਰਬੋ ਹਾਂ ਇਹਦੇ 'ਚ ਟਰਬੋ ਵਿਦ ਇੰਟਰਕੂਲਰ ਟਰਬੋ ਮੌਜੂਦ ਹੈ ਇਹਦੇ 'ਚ ਟਰਬੋ ਮੌਜੂਦ ਹੈ ਇੰਟਰਕੂਲਰ ਨਹੀਂ ਹੈ ਤੇ ਟਰਬੋ ਦੇ ਨਾਲ 110 ਹਾਰਸ ਪਾਵਰ 4 ਸਿਲੰਡਰ ਦਾ ਇੰਜਨ ਹੈ ਬਾਕੀ ਪੰਪ ਟੈਕਨੋਲੋਜੀ ਕਿਉਂਕਿ ਉਹੀ ਜਿਹੜਾ ਸਾਡੇ ਦੂਸਰਿਆਂ ਹੀ ਦੇਖਿਆ ਤੁਸੀਂ ਪਲੰਜਰ ਪੰਪ ਦੇ ਨਾਲ ਸਾਈਡ ਸ਼ਿਫਟਰ ਔਰ ਸ਼ਟਲ ਗੇਅਰ ਥੋੜਾ ਜਿਹਾ ਚੁੱਕ ਕੇ ਉਹ ਦਿਖਾਓ ਇਹਦਾ ਜ਼ਰਾ ਓਪਨ ਕਰੋ ਜ਼ਰਾ ਇਹਨੂੰ ਇਹ ਜੀ ਹੈਵੀ ਡਿਊਟੀ ਇਹਦਾ ਰੇਡੀਏਟਰ ਠੀਕ ਇਹਦੀ ਰੇਡੀਏਟਰ ਦੀ ਅਗਲੀ ਸਾਈਡ ਤੇ ਕਿਹੜੀ ਚੀਜ਼ ਦੇ ਆ ਜਿਹੜੀ ਆ ਅੱਛਾ ਇਹ ਦੇਖੋ ਇੱਕ ਅਜ਼ਾਫੀ ਇਹਦੇ ਅੱਗੇ ਇਹ ਸੀਲ ਲਾਈ ਹੈ ਜਿਹੜੀ ਤਾਂ ਕਿ ਜਿਹੜੀ ਡਸਟ ਅਗਰ ਅਸੀਂ ਕਿਉਂਕਿ ਫੀਲਡ 'ਚ ਯੂਜ਼ ਹੋ ਰਿਹਾ ਹੁੰਦਾ ਬਹੁਤ ਸਾਰਾ ਜਿਹੜਾ ਸਾਡਾ ਰੈਜ਼ੀਡਿਊ ਕਰਾਪ ਦਾ ਜਾਂਦਾ ਹੈ ਬੇਲਰ 'ਚ ਅਗਰ ਇਹਨੇ ਯੂਜ਼ ਹੋਣਾ ਜਾਂ ਚੌਪਰ 'ਚ ਇੱਕ ਇਹਨੂੰ ਸੇਫ ਪਲੇਸ ਦਿੰਦਾ ਹੈ ਕਿ ਤਾਂ ਕਿ ਸਾਡਾ ਬਹੁਤ ਜ਼ਿਆਦਾ ਗੰਦ ਔਰ ਡਸਟ ਜਿਹੜੀ ਹੈ ਉਹਨੂੰ ਉਹ ਰੇਡੀਏਟਰ ਤੱਕ ਜਾਵੇ ਹੀ ਨਾ ਹਾਂ ਇੱਕ ਮਜ਼ੀਦ ਉਹਨੂੰ ਇੱਕ ਸੇਫਰ ਮਿਲਦੀ ਹੈ ਇਹ ਇੱਕ ਅਲੱਗਾ ਤੋਂ ਇੱਕ ਪਲੇਟ ਲਾਈ ਜਾਲੀ ਅੱਛਾ ਅਸਲ ਭਾਈ ਮਜ਼ੀਦ ਇਹ ਦੱਸੋ ਕਿ ਆਇਲ ਸ਼ੈਂਪ ਕਿੰਨਾ ਪੈ ਰਿਹਾ ਜੀ ਆਇਲ ਇਹਦਾ ਜੀ ਜਿਹੜਾ ਆਇਲ ਸੰਪ ਜੇ ਉਹ 13 ਲੀਟਰ ਹੈ 13 ਲੀਟਰ ਦੇ ਨਾਲ ਉਹ ਮਤਲਬ ਦੇਖੋ ਹੈਵੀ ਡਿਊਟੀ ਇੱਕ ਚੀਜ਼ ਹੈ ਤੇ ਫਿਰ ਇਹਦਾ ਆਇਲ ਸੰਪ ਵੀ ਉਸ ਹਿਸਾਬ ਨਾਲ ਜ਼ਿਆਦਾ ਹੈ ਸਾਡੇ 75 ਔਰ 50 ਦੇ ਵਿੱਚ 8 ਲੀਟਰ ਹੈ ਇਹ 'ਚ 13 ਲੀਟਰ ਹੈ ਇਹਦੀ ਆਇਲ ਸੰਪ ਇਹਦਾ ਫਰੰਟ ਟਾਇਰ ਸਾਈਜ਼ ਕਿਹੜਾ ਮਿਲ ਜਾਂਦਾ ਜੀ ਫਰੰਟ ਸਾਈਜ਼ ਵਿੱਚ ਮਿਲਦਾ ਜੀ ਸਾਨੂੰ 14/9/26 ਤੇ ਰੀਅਰ ਟਾਇਰ ਜਿਹੜਾ ਰੀਅਰ ਹੈ ਉਹਨੂੰ ਅਸੀਂ ਚੇਂਜ ਕੀਤਾ ਹੈ ਪਹਿਲੇ ਸਾਡਾ ਇਹ ਹੁਣ ਜਿਹੜਾ ਮੌਜੂਦਾ ਹੈ ਉਹ 18/4/38 ਹੈ ਠੀਕ 18/4/38 ਪਹਿਲੇ 34 ਸੀ ਬਟ ਅਸੀਂ ਇਹਨੂੰ ਮਜ਼ੀਦ ਕਿਉਂਕਿ ਹੈਵੀ ਡਿਊਟੀ ਚੀਜ਼ ਸੀ ਅਸੀਂ ਟਾਇਰ ਸਾਈਜ਼ ਨੂੰ ਵੀ ਇੰਪਰੂਵ ਕਰਕੇ ਦੂਸਰੀ ਸ਼ਿਪਮੈਂਟ 'ਚ ਅਸੀਂ 18/4/38 ਕੀਤਾ ਇਹਦੇ ਵਿੱਚ ਸਰ ਤੁਸੀਂ ਚੌਂਕੜਾ ਮਾਰ ਕੇ ਬਹਿ ਵੀ ਸਕਦੇ ਜੀ ਟਾਇਰ ਅਗਰ ਰਿਮ ਕੱਢ ਲਈਏ ਤਾਂ ਮੇਰੇ ਖਿਆਲ ਬੈਠਾ ਜਾ ਸਕਦਾ ਹਾਂਜੀ ਤੇ ਇਹਦੀ ਗੇਅਰ ਟਰਾਂਸਮਿਸ਼ਨ ਦੇ ਬਾਰੇ ਥੋੜੀ ਜਿਹੀ ਇਨਫੋਰਮੇਸ਼ਨ ਦਿਓ ਇਹਦਾ ਮੈਂ ਤੇ ਪਹਿਲੇ ਮਫਰਲ ਤੇ ਝਾਤੀ ਪੈ ਗਈ ਹੈ ਕਿਸ ਤਰ੍ਹਾਂ ਹੈਵੀ ਡਿਊਟੀ ਹੈ ਔਰ ਇਹਦਾ ਸਾਰਾ ਜਿਹੜਾ ਸਾਡਾ ਮਫਰਲ ਦਾ ਡਿਜ਼ਾਈਨ ਹੈ ਔਰ ਇਹਦੀ ਜਿਹੜੀ ਟਰਾਂਸਮਿਸ਼ਨ ਹੈ ਉਹਦੇ ਵਿੱਚ ਸਾਨੂੰ ਜਿਹੜੀਆਂ 3 ਸਪੀਡਾਂ ਨੇ ਇਹਦੀਆਂ ਲੋ ਮੀਡੀਅਮ ਹਾਈ ਔਰ ਉਹਦੇ ਨਾਲ ਸਾਈਡ ਸ਼ਿਫਟਰ ਗੇਅਰ ਹੈ ਸੀਟ ਇਹਦੀ ਐਡਜਸਟੇਬਲ ਹੈ ਸਟੀਅਰਿੰਗ ਐਡਜਸਟੇਬਲ ਹੈ ਔਰ ਇਹਦੀ ਜਿਹੜੀ ਗੇਅਰਸ ਨੇ ਨੰਬਰ ਆਫ ਗੇਅਰਸ 24 ਫਾਰਵਰਡ ਔਰ 24 ਬੈਕਵਰਡ ਨੇ ਠੀਕ ਹਾਈ ਲੋ ਮੀਡੀਅਮ ਤੇ ਹਾਈ ਲੋ ਮੀਡੀਅਮ 3 ਸਪੀਡਾਂ ਦੇ ਨਾਲ ਸਾਨੂੰ ਇਹ ਤੇ ਪੀਟੀਓ ਦੀਆਂ ਕਿੰਨੀਆਂ ਸਪੀਡਾਂ ਪੀਟੀਓ ਦੀਆਂ ਚ ਸਾਨੂੰ 3 ਆਪਸ਼ਨ ਮਿਲਦੀਆਂ ਨੇ ਇੱਕ 540 ਹੈ ਔਰ ਇੱਕ 850 ਹੈ ਔਰ 1000 ਹੈ ਮਤਲਬ ਕੋਈ ਆਪਸ਼ਨ ਰਹਿ ਨਹੀਂ ਗਿਆ ਜਿਹਦੇ ਚ ਨਾ ਹੋਏ ਟੋਟਲ ਇੱਕ ਕੰਪਲੀਟ ਮਸ਼ੀਨ ਬਣਾਈ ਹੈ ਤਾਂ ਕਿ ਸਾਡਾ ਕਿਸਾਨ ਇਹ ਤੋਂ ਮੈਕਸਿਮਮ ਫਾਇਦਾ ਲੈ ਸਕੇ ਜਿਹੜਾ ਲੈਂਡ ਡਿਵੈਲਪਮੈਂਟ 'ਚ ਯੂਜ਼ ਕਰ ਰਿਹਾ ਹੈ ਜਾਂ ਉਹਨੇ ਰੈਂਟਲ ਜਾਂ ਗ੍ਰੀਨ ਲਾਈਨ ਦੀ ਮੈਂ ਗੱਲ ਕੀਤੀ ਜਿੰਨੀ ਮਸ਼ੀਨਰੀ ਗ੍ਰੀਨ ਲਾਈਨ 'ਚ ਆਉਂਦੀ ਹੈ ਮੂਵਰ ਤੋਂ ਲੈ ਕੇ ਔਰ ਸਾਡੇ ਬੇਲਰ ਤੱਕ ਇਹ ਸਾਰੀ ਮਸ਼ੀਨਸ ਜਿਹੜੀਆਂ ਨੇ ਇਸ ਟਰੈਕਟਰ ਦੇ ਨਾਲ ਬਿਹਤਰੀਨ ਚਲਾਈਆਂ ਜਾ ਸਕਦੀਆਂ ਤੇ ਅੱਛਾ ਸਾਰੇ ਏਡਾ ਵੱਡਾ ਟਰੈਕਟਰ ਆ ਔਰ ਏਡਾ ਹੈਵੀ ਇੰਜਨ ਆ ਇਹਦਾ ਸ਼ੋਰ ਬਹੁਤ ਘੱਟ ਆ ਇੰਜਨ ਦਾ ਇਹ ਕੀ ਵਜ੍ਹਾ ਵਾ ਦੇਖੋ ਕਿ ਟਰੈਕਟਰ ਸਟਾਰਟ ਹੁੰਦਾ ਵਾ ਤੇ ਨਾਰਮਲ ਆਵਾਜ਼ ਆ ਬਿਲਕੁਲ ਇਹ ਕੀ ਵਜ੍ਹਾ ਇਹਦੀ ਇਹਦੇ ਵਿੱਚ ਜਿਹੜਾ ਇੰਜਨ ਲੱਗਾ ਹੈ ਨਾ ਜੀ ਹਾਂਜੀ ਇੱਕ ਇੰਜਨ ਸਾਡੀ ਇੰਜਨ ਬਣਾਉਣ ਵਾਲੀ ਕੰਪਨੀ ਚਾਈਨਾ ਦੀ ਨੰਬਰ 1 ਕੰਪਨੀ ਹੈ YC ਡੀਜ਼ਲ ਯੂਚਾਈ ਡੀਜ਼ਲ ਦਾ ਇੰਜਨ ਹੈ ਇਸ ਮਸ਼ੀਨ ਦੇ ਵਿੱਚ ਔਰ ਜਿਹੜੀ ਮੈਂ ਦੱਸਿਆ ਕਿ ਨੰਬਰ 1 ਇੰਜਨ ਬਣਾਉਣ ਵਾਲੀ ਕੰਪਨੀ ਹੈ ਉਹਦੇ ਇੰਜਨ ਸਾਡੇ ਜਿੰਨੇ ਹੈਵੀ ਡਿਊਟੀ ਸਾਡੇ ਪਾਕਿਸਤਾਨ 'ਚ ਬੱਸਿਸ ਟਰੱਕਸ ਔਰ ਬਾਕੀ ਹੈਵੀ ਹਾਰਵੈਸਟਰਸ ਦੇ ਵਿੱਚ ਵੀ ਉਹ ਇੰਜਨ ਯੂਜ਼ ਹੁੰਦਾ ਹੈ ਇਹ ਉਸੇ ਕੰਪਨੀ ਦਾ ਇੰਜਨ ਹੈ
ਔਰ ਇੰਜਨ ਦੀ ਕੁਆਲਿਟੀ ਔਰ ਪਰਫਾਰਮੈਂਸ ਜਿਹੜੀ ਹੈ ਬਹੁਤ ਅੱਛੀ ਹੈ। ਬੜਾ ਸਾਊਂਡਲੈਸ ਇਹਦਾ ਇੰਜਨ ਹੈ ਔਰ ਉਹਦੀ ਪਰਫਾਰਮੈਂਸ ਬਹੁਤ ਅੱਛੀ ਹੈ। ਸਾਨੂੰ ਇਹਦੀ ਜਿਹੜੀ ਫਿਊਲ ਕੰਜ਼ੰਪਸ਼ਨ ਹੈ ਉਹ ਬੜੀ ਬਿਹਤਰੀਨ। ਸਾਡਾ ਟਰੈਕਟਰ ਚੱਲ ਰਿਹਾ ਵਾਈਟਲ ਫਾਰਮ ਪਾਕਪਤਨ ਦੇ ਵਿੱਚ। ਸਾਡਾ ਇਹ ਜ਼ਿਮੀਂਦਾਰ ਜਿਹੜਾ ਇੱਕ ਡਾਕਟਰ ਉਸਮਾਨ ਸ਼ਬੀਰ ਉਹਦੇ ਕੋਲ ਇਹ ਟਰੈਕਟਰ ਚੱਲ ਰਿਹਾ ਔਰ ਬੜਾ ਮੁਤਮਿਨ ਇਹਦੀ ਪਰਫਾਰਮੈਂਸ ਤੋਂ, ਟਰੈਕਟਰ ਦੀ ਜਿਹੜੀ ਹੈ ਜੀ ਖਿਚਾਈ, ਟਰੈਕਟਰ ਦੀ ਇਹਦੀ ਕੁਆਲਿਟੀ ਬਿਹਤਰੀਨ ਉਹਦੇ ਕੋਲ ਉਹਦਾ ਫੀਡਬੈਕ ਹੈ। ਅੱਛਾ ਆਸਿਫ ਭਾਈ ਤੁਸੀਂ ਕੀ ਰਿਕਮੈਂਡ ਕਰਦੇ ਇਹਦੇ ਵਿੱਚ ਕਿਹੜਾ ਹਜ਼ਾਰ ਕਿੰਨੇ ਵਾਲੇ ਕਲਟੀਵੇਟਰ ਵਗੈਰਾ? ਦੇਖੋ ਜੀ, ਮੈਂ ਸਾਡਾ ਨਾਰਮਲੀ ਜ਼ਿਮੀਂਦਾਰ ਯੂਜ਼ ਕਰਦਾ ਹੈ ਕਲਟੀਵੇਟਰ ਦੀ। ਤੁਸੀਂ ਗੱਲ ਕੀਤੀ ਜਿਹੜਾ ਸਾਡਾ ਹੱਲ ਹੈ ਸਾਦਾ ਜਿਹਨੂੰ ਆਨੇ ਅਸੀਂ ਟਾਈਨ ਕਲਟੀਵੇਟਰ, ਉਹ ਸਾਡੇ ਨਾਰਮਲੀ ਯੂਜ਼ ਹੁੰਦਾ 11 ਜਾਂ 13। ਬਟ ਇਹਦੇ ਪਿੱਛੇ ਅਸੀਂ 19 ਹੱਲਾਂ ਪਾ ਕੇ ਅਸੀਂ ਦੀਪਾਲਪੁਰ 'ਚ ਟੈਸਟ ਕੀਤਾ, ਜਿਹਦੀ ਮੈਂ ਗੱਲ ਕੀਤੀ ਜ਼ਿਮੀਂਦਾਰ ਦੀ, ਉਹਨਾਂ ਦੇ ਕੋਲ ਚੱਲ ਰਿਹਾ। ਡਿਸਕਾਂ ਦੇ ਵਿੱਚ ਅਸੀਂ ਜਿਹੜਾ ਨਾ ਜੀ ਇਹਦੇ ਉੱਤੇ 24 ਔਰ 28 ਡਿਸਕਾਂ ਟੈਸਟ ਕੀਤੀਆਂ। ਸਾਡੇ ਨਾਰਮਲੀ 11-13 ਹੱਲਾਂ ਚੱਲਦੀਆਂ ਨੇ ਜਾਂ ਡਿਸਕਾਂ ਦੇ ਵਿੱਚ ਮੇਰਾ ਖਿਆਲ ਹੈ ਕੋਈ ਮਤਲਬ ਨਾਰਮਲੀ 16-18 ਚੱਲਦੀਆਂ, ਬਟ 24-28 ਡਿਸਕਾਂ ਇਸ ਟਰੈਕਟਰ ਦੇ ਪਿੱਛੇ ਬਿਹਤਰੀਨ ਇਹਦੀ ਪਰਫਾਰਮੈਂਸ ਹੈ। ਉਹ ਵੀਡੀਓ ਕਲਿੱਪ ਵੀ ਸਾਡੇ ਨੈਟ ਤੇ YouTube ਤੇ ਮੀਡੀਆ 'ਚ ਮੌਜੂਦ ਨੇ। ਉਹ ਇਹ ਸਾਡਾ ਬਿਲਕੁਲ ਜਿਸ ਤਰ੍ਹਾਂ ਹਾਰਸ ਪਾਵਰ ਵਧੇਗੀ, ਦੇਖੋ ਇੱਕ ਜ਼ਿਮੀਂਦਾਰ ਵਿਜ਼ੂਅਲੀ ਤੇ ਇੰਝ ਹੀ ਲੱਗਦਾ ਯਾਰ ਇਹ ਮਸ਼ੀਨ ਬਹੁਤ ਹੈਵੀ ਹੈ, ਇਹਦੀ ਕੰਜ਼ੰਪਸ਼ਨ ਬਹੁਤ ਜ਼ਿਆਦਾ ਹੋਏਗੀ। ਬਟ ਮੈਂ ਗੱਲ ਕੀਤੀ ਜਿਸ ਤਰ੍ਹਾਂ ਤੁਸੀਂ ਪਹਿਲੇ ਬਿਲਕੁਲ ਤੁਸੀਂ ਸਹੀ ਟਾਈਮ ਤੇ ਉਹ ਦੋਨੇ ਸਵਾਲਾਂ ਨੂੰ ਰਿਲੇਟ ਕੀਤਾ ਕਿ ਸਾਡੀਆਂ ਹੱਲਾਂ ਨਾਰਮਲੀ ਅਸੀਂ 75 ਦੇ ਪਿੱਛੇ 11 ਜਾਂ 13 ਯੂਜ਼ ਕਰਨੇ ਆ, ਤੇ ਉਹਦਾ ਜਿੰਨਾ ਉਹਨੇ ਟਾਈਮ ਲੈਣਾ, ਅਗਰ ਇਸ ਟਰੈਕਟਰ ਨੇ ਉਹ 5-7 ਮਿੰਟ 'ਚ ਉਹ ਕੰਮ ਕਰਨਾ ਜਿਹੜਾ ਉਹਨੇ 20 ਮਿੰਟਾਂ 'ਚ ਕਰਨਾ, ਤਾਂ ਡੈਫੀਨੇਟਲੀ ਸਾਨੂੰ ਇਹ ਅੱਛੀ ਜਿਹੜੀ ਹੈ ਨਾ ਫਿਊਲ ਕੰਜ਼ੰਪਸ਼ਨ ਜਾਂ ਇਹਦੀ ਪਰਫਾਰਮੈਂਸ ਮਿਲਦੀ ਇਸ ਤਰ੍ਹਾਂ ਕਿ ਅਸੀਂ ਵੱਡੇ ਇੰਪਲੀਮੈਂਟ ਦੇ ਪਿੱਛੇ ਯੂਜ਼ ਕਰ ਸਕਦੇ ਹਾਂ। ਅਸੀਂ 13 ਦੀ ਬਜਾਏ ਜਦੋਂ 17 ਜਾਂ 19 ਹੱਲਾਂ ਪਾ ਕੇ ਯੂਜ਼ ਕਰਾਂਗੇ ਤੇ ਡੈਫੀਨੇਟਲੀ ਸਾਨੂੰ ਇਹਦੀ ਪਰਫਾਰਮੈਂਸ ਉਸ ਤੋਂ ਬਿਹਤਰ ਮਿਲੇਗੀ। ਸਾਡਾ ਟਾਈਮ ਬਚੇਗਾ, ਸਾਡਾ ਡੀਜ਼ਲ ਬਚੇਗਾ, ਠੀਕ ਹੈ। ਔਰ ਉਸ ਤੋਂ ਬਾਅਦ ਇਹਦਾ ਆਪਰੇਸ਼ਨ ਜਿਹੜਾ ਉਹ ਬੜਾ ਕੰਫਰਟ ਹੈ। ਮੈਂ ਜਿਸ ਤਰ੍ਹਾਂ ਸੀਟ ਐਡਜਸਟੇਬਲ ਦੀ ਗੱਲ ਕੀਤੀ, ਸਟੀਅਰਿੰਗ ਐਡਜਸਟਮੈਂਟ ਦੀ ਗੱਲ ਕੀਤੀ, ਟਰੈਕਟਰ ਦੀ ਹਾਈਟ ਔਰ ਇੱਕ ਅਲੱਗਾ ਤੋਂ ਜਿਹੜਾ ਆਪਰੇਟਰ ਨੂੰ ਜਿਹੜੀ ਕਵਰੇਜ ਮਿਲਦੀ ਹੈ ਕਿ ਟਰੈਕਟਰ ਦੀ ਜਿਹੜੀ ਹੀਟ ਸਾਰਾ ਦਿਨ ਟਰੈਕਟਰ ਯੂਜ਼ ਕਰਦੇ ਨੇ ਨਾ, ਹੁਣ ਪੰਜਾਬੀ ਦੀ ਇੱਕ ਹੈ ਕਿ ਪਤਾ ਲੱਗਦਾ ਹੈ ਬੰਦੇ ਨੂੰ ਸਾਰਾ ਦਿਨ ਉਹ ਪਗਰਿਆ ਹੁੰਦਾ ਵਿਚਾਰਾ ਟਰੈਕਟਰ ਚਲਾ ਅੱਗੋਂ ਵੀ ਧੂੰਆਂ ਪੈ ਰਿਹਾ, ਥੱਲਿਓਂ ਵੀ ਸੇਕ ਪੈ ਰਿਹਾ, ਕੱਦੂ ਜਦੋਂ ਅਸੀਂ ਕਰ ਰਹੇ ਹੁੰਦੇ ਨਾਰਮਲੀ ਜ਼ਿਮੀਂਦਾਰ। ਤੇ ਇਹ ਟਰੈਕਟਰ ਨੂੰ ਬਣਾਇਆ ਗਿਆ ਹੈ ਕਿ ਤਾਂ ਕਿ ਸਾਡਾ ਜਿਹੜਾ ਆਪਰੇਟਰ ਹੈ ਨਾ ਉਹ ਕੰਫਰਟ ਰਹੇ। ਆਪਰੇਟਰ ਸਾਡਾ ਕੰਫਰਟ ਬੈਠੇਗਾ, ਪੁਰਸਕੂਨ ਬੈਠੇਗਾ ਤੇ ਉਹ ਹੀ ਤੁਹਾਨੂੰ ਅੱਛੀ ਪਰਫਾਰਮੈਂਸ ਦੇਗਾ, ਅੱਛਾ ਕੰਮ ਕਰ ਸਕੇਗਾ। ਤੇ ਉਹ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਟਰੈਕਟਰ ਨੂੰ ਡਿਜ਼ਾਈਨ ਕੀਤਾ। ਸਰ ਬੈਕ ਸਾਈਡ ਤੋਂ ਵੀ ਥੋੜਾ ਜਿਹਾ ਟਰੈਕਟਰ ਦਾ ਰਿਵਿਊ ਕਰੋ। ਹਾਂ ਜ਼ਰੂਰ। ਦੇਖੋ ਸਾਡਾ ਕਿਉਂਕਿ ਮੁਲਕ ਅਸੀਂ ਹਾਲੇ ਉਸ ਡਿਵੈਲਪਮੈਂਟ ਦੇ ਫੇਜ਼ 'ਚ ਹਾਂ, ਅਸੀਂ ਕੋਈ ਬਹੁਤ ਤਗੜਾ ਮੁਲਕ ਨਹੀਂ ਹਾਂ। ਸਾਡਾ ਜ਼ਿਮੀਂਦਾਰ ਵਿਚਾਰਾ ਪਿਸਿਆ ਹੋਇਆ ਹੈ, ਬਾਰ-ਬਾਰ ਇਹ ਗੱਲ ਨੂੰ ਕਰ ਰਿਹਾ ਕਿ ਇਸ ਲਈ ਅਸੀਂ ਕੀਮਤ ਨੂੰ ਦੇਖਦੇ ਹਾਂ ਕੈਬਨ ਨੂੰ ਐਡ ਨਹੀਂ ਕੀਤਾ, ਵਰਨਾ ਇੱਕ ਸਟੈਪ ਫਾਰਵਰਡ ਹੋ ਸਕਦਾ ਹੈ ਕਿ ਮਜ਼ੀਦ ਸਾਡੇ ਆਪਰੇਟਰ ਨੂੰ ਆਸਾਨੀ ਹੋ ਜਾਏ। ਉਹ ਅੱਛਾ, ਕਿਉਂਕਿ ਬਹੁਤ ਜ਼ਿਆਦਾ ਹਾਰਸ਼ ਹੁੰਦਾ ਹੈ ਵੈਦਰ, ਮੌਸਮ ਉਹਨਾਂ ਦਿਨਾਂ ਜਦੋਂ ਮੁੰਜੀ ਦੀ ਖਾਸ ਕਰ ਬਜਾਈ ਚੱਲ ਰਹੀ ਹੁੰਦੀ ਹੈ, ਗਰਮੀ ਹੁੰਦੀ ਹੈ। ਉਹਦੇ ਤੇ ਅਸੀਂ ਗੌਰ ਕਰਾਂਗੇ ਇਨਸ਼ਾਅੱਲਾ, ਕਮਿੰਗ ਦੇ ਵਿੱਚ ਅਸੀਂ ਉਹ ਐਡ ਕਰਾਂਗੇ। ਬੈਕ ਸਾਈਡ ਤੋਂ ਵੀ ਸਰ ਥੋੜਾ ਜਿਹਾ ਇਹਦੇ ਬੱਲੇ ਇਹ ਦੇਖੋ ਜੀ ਮਾਸ਼ਾਅੱਲਾ ਬਹੁਤ ਸਟਰੋਂਗ ਇਹਦੀ ਕਪੈਸਿਟੀ, ਲਿਫਟਿੰਗ ਕਪੈਸਿਟੀ, ਜੈਕ ਔਰ ਮਟੀਰੀਅਲ ਟਰੈਕਟਰ ਦਾ। ਇਹਦਾ ਜਿਹੜਾ ਅਸੀਂ ਗੱਲ ਕਰੀਏ ਇਹਦਾ ਜਿਹੜਾ ਆਇਲ ਇਹਦਾ ਹਿੱਸੇ ਦਾ ਤੇਲ ਹੈ ਉਹਦੇ ਵਿੱਚ ਸਾਡੇ ਕੋਲ 61 ਲੀਟਰ ਹੈ ਔਰ ਉੱਤੇ ਜਿਹੜਾ ਸਾਡਾ ਲਿਫਟਿੰਗ ਦਾ ਆਇਲ ਹੈ ਉਹ ਅਲੱਗਾ 25 ਲੀਟਰ ਹੈ, ਠੀਕ ਹੈ। 13, 25 ਔਰ 61। ਅੱਛਾ, ਸਾਰੇ ਟਰੈਕਟਰ ਪਾਕਿਸਤਾਨ ਵਿੱਚ ਹੀ ਸੰਭਲ ਹੋਇਆ ਵਾ ਕਿ ਬਾਹਰੋਂ ਹੀ ਸੰਭਲ ਹੋ ਕੇ ਆਇਆ ਵਾ? ਨਹੀਂ ਜੀ, ਦੇਖੋ ਅਸੀਂ ਤੁਹਾਨੂੰ ਦੱਸਿਆ ਕਿ ਅਸੀਂ ਨਿਊ ਆ ਟਰੈਕਟਰ ਦੇ ਬਿਜ਼ਨਸ 'ਚ। ਗਾਰਡ ਵਰਲਡ ਦੇ ਨਾਮ ਤੋਂ ਅਸੀਂ ਜਿਹੜਾ ਵਰਲਡ ਸਾਡਾ ਪ੍ਰਿੰਸੀਪਲ ਹੈ, ਸਪਲਾਇਰ ਹੈ, ਔਰ ਗਾਰਡ ਅਸੀਂ ਜਿਹੜੀ ਸਾਡੀ ਕੰਪਨੀ ਹੈ। ਅਸੀਂ ਹਾਰਵੈਸਟਰਸ ਔਰ ਟਰਾਂਸਪਲਾਂਟਰ ਦੇ ਉੱਤੇ ਤੇ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਾਂ, ਬਟ ਇਹ ਸਾਡਾ ਨਿਊ ਬਿਜ਼ਨਸ ਹੈ, ਨਿਊ ਪ੍ਰੋਜੈਕਟ ਹੈ। ਅਸੀਂ ਇਨੀਸ਼ੀਅਲੀ ਤੇ ਇਹਨੂੰ CBU ਇੰਪੋਰਟ ਕਰ ਰਹੇ ਹਾਂ, ਕੰਪਲੀਟ ਬਣਿਆ ਟਰੈਕਟਰ ਆ ਰਿਹਾ ਪਾਕਿਸਤਾਨ ਆ ਰਿਹਾ। ਬਸ ਅਸੀਂ ਕਮਿੰਗ ਮੰਥਸ ਦੇ ਵਿੱਚ ਇਨਸ਼ਾਅੱਲਾ ਇਹਨੂੰ ਲੋਕਲਾਈਜ਼ ਕਰਾਂਗੇ, ਜਿਹੜੀ ਹੁਣ ਡਿਮਾਂਡ ਵੀ ਹੈ, ਗਵਰਨਮੈਂਟ ਵੀ ਚਾਹ ਰਹੀ ਹੈ, ਸਾਡੀਆਂ ਮੀਟਿੰਗਸ ਵੀ ਹੋਈਆਂ ਕਿ ਅਸੀਂ ਚਾਹ ਰਹੇ ਹਾਂ ਕਿ ਇਸ ਟਰੈਕਟਰ ਨੂੰ, ਵੱਡੇ ਟਰੈਕਟਰ ਨੂੰ ਲੋਕਲਾਈਜ਼ ਕਰੀਏ ਤਾਂ ਕਿ ਜਿਹੜੀ ਜ਼ਰੂਰਤ ਸਾਡੇ ਜ਼ਿਮੀਂਦਾਰ ਦੀ ਪੂਰੀ ਨਹੀਂ ਹੋ ਰਹੀ। ਸਾਡੇ ਲੋਕਲ ਤੇ ਵਿਚਾਰੇ ਸੁਪਰ ਸੀਡਰਾਂ ਦੇ ਵਿੱਚ ਹੀ ਪਿੱਟੇ ਗਏ ਕਿ ਉਹ ਸਮਝ ਨਹੀਂ ਆ ਰਹੀ ਸੀ ਹੁਣ ਕਿਵੇਂ ਚੁੱਕਣਾ ਤੇ ਕਿਵੇਂ ਚਲਾਉਣਾ। ਉਹ ਫਿਰ ਅਸੀਂ ਆਲਟਰੇਸ਼ਨ ਕੀਤੀਆਂ ਆਪਣੇ ਸੁਪਰ ਸੀਡਰ ਦੇ ਵਿੱਚ ਵੀ, ਟਾਇਰ ਲਾਏ ਤਾਂ ਕਿ ਉਹਨੂੰ ਮੋੜਿਆ ਜਾਏ, ਲਿਫਟਿੰਗ ਕਪੈਸਿਟੀ ਮਸਲੇ ਹੋਏ। ਇਸ ਲਈ ਇਹ ਸਾਡੀ ਜ਼ਰੂਰਤ ਹੈ, ਗਵਰਨਮੈਂਟ ਵੀ ਚਾਹ ਰਹੀ ਹੈ ਇਹਨੂੰ ਸਬਸਿਡਾਈਜ਼ ਕਰ ਦੇ ਵੱਡੇ ਟਰੈਕਟਰਾਂ ਨੂੰ, ਔਰ ਅਸੀਂ ਇਹਨੂੰ ਪਹਿਲੇ ਇੱਥੋਂ ਸ਼ੁਰੂ ਕਰਾਂਗੇ ਇਨਸ਼ਾਅੱਲਾ ਕਿ ਹਾਈ ਹਾਰਸ ਪਾਵਰ ਟਰੈਕਟਰ ਨੂੰ ਲੋਕਲ ਕਰਾਂਗੇ, ਪਹਿਲੇ ਉਹਦੀ ਅਸੈਂਬਲਿੰਗ ਸ਼ੁਰੂ ਕਰਾਂਗੇ, ਫਿਰ ਇਨਸ਼ਾਅੱਲਾ ਟਾਈਮ ਦੇ ਨਾਲ ਉਹਨੂੰ ਲੋਕਲਾਈਜ਼ ਕਰਾਂਗੇ। ਯਾਨੀ ਕਿ ਸਾਰਾ ਹੁਣ ਇਹ ਵਕਤ ਦੇ ਅੰਦਰ ਇਹ ਗਾਰਡ ਵਰਲਡ ਤੋਂ ਉਮੀਦ ਰੱਖੀ ਜਾ ਸਕਦੀ ਕਿ ਪਾਕਿਸਤਾਨ ਦੇ ਅੰਦਰ ਇਹ ਟਰੈਕਟਰ ਬਣਨਗੇ ਇਨਸ਼ਾਅੱਲਾ। ਸਹੀ। ਆਸਿਫ ਭਾਈ ਹੁਣ ਤੁਹਾਨੂੰ ਇਹ ਦੱਸੋ ਇਹ ਟਰੈਕਟਰ ਦੀ ਕੀਮਤ ਕਿੰਨੀ ਹੈ ਜੀ? ਟਰੈਕਟਰ ਦੀ ਇਹਦੀ ਜਿਹੜਾ ਸਾਡਾ ਇਹ ਟਰੈਕਟਰ ਹੈ ਇਹਦੀ ਪ੍ਰਾਈਸ ਹੈ ਜੀ 80 ਲੱਖ। 110 ਹਾਰਸ 4x4 80 ਲੱਖ। 80 ਲੱਖ, ਹਾਂ ਕੈਸ਼ ਲਓ ਜਾਂ ਬੁੱਕ? ਹਾਂ ਜੀ ਬਿਲਕੁਲ। ਸਾਡੀ ਇਹਦੇ ਵਿੱਚ ਟਰੈਕਟਰ ਦੀ ਸ਼ਾਮਲ ਹੈ, ਨਾਲ ਇਹਦੀ ਹੁੱਕ ਲੱਗੀ ਨਹੀਂ ਹੈ ਹੁਣ, ਇਹ ਨੀਚੇ ਬਾਹਰ ਲੱਗੀ ਹੈ, ਹੁੱਕ ਵੀ ਸ਼ਾਮਲ ਹੈ, ਛੱਤ ਸ਼ਾਮਲ ਹੈ, ਫਰੰਟ ਵੇਟ 'ਚ ਸ਼ਾਮਲ ਨੇ, ਕੰਪਨੀ ਫਿਟਡ ਹੈ ਸਾਡੇ ਕੋਲ ਜਿਹੜੀ ਇਹਦੀ 4 ਕਪਲਰ ਦੇ ਨਾਲ।
ਇਹ ਅਸੈਂਬਲੀ ਮੌਜੂਦ ਹੈ ਕਿਉਂਕਿ ਹੁਣ ਸਾਡੀਆਂ ਜਿਹੜੀਆਂ ਵੱਡੀਆਂ ਡਿਸਕਾਂ ਨੇ ਮੈਂ ਤੁਹਾਨੂੰ ਦੱਸਿਆ ਹਾਈਡ੍ਰੋਲਿਕ ਨੇ ਜੀ ਜੀ ਜਿਹੜੀ 27 ਜਾਂ 29 ਡਿਸਕਾਂ ਪਾਣੀਆਂ ਨੇ 28 ਜਾਂ 24 ਪਾਣੀਆਂ ਨੇ ਤੇ ਉਹ ਹਾਈਡ੍ਰੋਲਿਕ ਹੁੰਦੀਆਂ ਨੇ ਉਹਦੇ ਨਾਲ ਕੰਪਨੀ ਫਿਟਡ ਅਸੈਂਬਲੀ ਹੈ ਲੇਜ਼ਰ ਚਲਾਉਣ ਵਾਸਤੇ ਫਰੰਟ ਬਲੇਡ ਚਲਾਉਣ ਵਾਸਤੇ ਇਹ ਚੀਜ਼ਾਂ ਮੌਜੂਦ ਨੇ ਜੈਕ ਵਾਸਤੇ 75 ਹਾਰਸ ਪਾਵਰ ਨਾਲ ਇਹ ਮੁxtਲਿਫ ਅਸੈਂਬਲੀ ਇਹ ਅਸੈਂਬਲੀ ਡੈਫੀਨਿਟਲੀ ਹੈਵੀ ਡਿਊਟੀ ਹੈ ਉਹਦੀ ਨਿਸਬਤ ਹੈਵੀ ਹੈ ਇਹਦੇ ਉੱਤੇ ਗਾਰਡ ਦੇ ਫਿਲਟਰ ਲੱਗੇ ਨੇ ਅੱਛਾ ਫਿਲਟਰ ਵੀ ਇਹਦਾ ਦਿਖਾ ਦਿੰਦੇ ਜੀ ਡਰਾਈ ਆ ਰਹੀ ਹੈ ਹਾਂਜੀ ਇਹ 'ਚ ਵੀ 에ਅਰ ਫਿਲਟਰ ਡਰਾਈ ਹੈ ਹੈਵੀ ਡਿਊਟੀ 에ਅਰ ਔਰ ਫਿਲਟਰ ਬਹੁਤ ਹੈਵੀ ਡਿਊਟੀ ਠੀਕ ਹੈ ਜੀ ਇਹਦੇ ਅੰਦਰ ਡਬਲ 에ਅਰ ਫਿਲਟਰ ਹੈ ਇਹਦੇ ਇੰਟਰਨਲ ਨੂੰ ਖੋਲ ਕੇ ਵੀ ਅਸੀਂ ਚੈੱਕ ਕਰ ਸਕਦੇ ਹਾਂ ਇਹ ਸਾਡਾ ਜੀ ਹੈਵੀ ਡਿਊਟੀ 에ਅਰ ਫਿਲਟਰ ਹੈ ਠੀਕ ਹੈ ਜੀ ਡਬਲ ਹੈ ਇਹਦੇ ਇੰਟਰਨ ਵੀ ਜੀ ਲਓ ਜੀ ਵਾਲਾ ਸਾਹਿਬ ਵੇਖੋ ਇਹਦੀ ਲਾਈਫ ਇਸ ਤਰ੍ਹਾਂ ਇਹਦੀ ਲਾਈਫ ਇਸ ਤਰ੍ਹਾਂ ਜ਼ਿਆਦਾ ਹੈ ਕਿ ਇਹਨੂੰ ਬਿਲਕੁਲ ਹਵਾ ਦੇ ਨਾਲ ਤੁਸੀਂ ਕਰਕੇ ਦੁਬਾਰਾ ਸਾਫ਼ ਕਰਕੇ ਫੇਰ ਲਾ ਲਓ ਲੌਂਗ ਟਾਈਮ ਚਲਾ ਸਕਦੇ ਹੋ ਜਿਸ ਤਰ੍ਹਾਂ ਆ 22 ਵੀਲਰ ਟਰਾਲੇ ਵਗੈਰਾ ਚ ਜੀ ਜੀ ਬਿਲਕੁਲ ਬਿਲਕੁਲ ਜਾਂ ਵੱਡੀਆਂ ਹਾਰ ਅਵੇਲੇਬਲ ਨੇ ਜੀ ਬਿਲਕੁਲ ਸਾਡੇ ਕੋਲ ਅਸੀਂ ਇਹਨੂੰ ਲੋਕਲਾਈਜ਼ ਕਰ ਦਿੱਤਾ ਹੈ ਅਸੀਂ ਇਹ ਫਿਲਟਰ ਗਾਰਡ ਫਿਲਟਰਸ ਕੋਲੋਂ ਡਿਵੈਲਪ ਕੀਤੇ ਨੇ ਔਰ ਸਾਡੇ ਜਿਹੜੇ ਹੁਣ ਜਿੰਨੇ ਵੀ ਸਾਡਾ ਡੀਜ਼ਲ ਫਿਲਟਰ ਹੈ 2 ਡੀਜ਼ਲ ਆਇਲ ਫਿਲਟਰ ਹੈ ਜਾਂ ਸਾਡਾ 에ਅਰ ਫਿਲਟਰ ਹੈ ਈਵਨ ਕਿ ਹਾਈਡ੍ਰੋਲਿਕ ਫਿਲਟਰ ਹੈ ਅਸੀਂ ਉਹ ਸਾਰੇ ਫਿਲਟਰਸ ਅਲਹਮਦੁਲਿਲਾ ਲੋਕਲੀ ਡਿਵੈਲਪ ਕਰ ਲੈਣੇ ਤਾਂ ਕਿ ਫਿਲਟਰ ਹੈ ਟਰੈਕਟਰ ਵਿੱਚ ਲਾ ਕੇ ਰਹੇ ਦੇਖੋ ਜੀ ਇਹਦੇ 'ਚ ਸਾਡੇ ਕੋਲ 4 ਫਿਲਟਰ ਸਾਹਮਣੇ ਨਜ਼ਰ ਆ ਰਹੇ ਨੇ ਇਹ 'ਚ ਤੇ ਸਾਡਾ ਪ੍ਰਾਇਮਰੀ ਜਾਂ ਵਾਟਰ ਸਪਰੇਟਰ ਡੀਜ਼ਲ ਫਿਲਟਰ ਹੋ ਗਿਆ ਨੀਚੇ ਵੀ ਆਇਲ ਫਿਲਟਰ ਹੋ ਗਿਆ ਇਹ 2 ਡੀਜ਼ਲ ਫਿਲਟਰ ਹੋ ਗਏ ਠੀਕ ਹੈ ਜੀ ਮਜਮੂਈ ਤੌਰ ਤੇ 3 ਡੀਜ਼ਲ ਫਿਲਟਰ ਨੇ ਔਰ ਇੱਕ ਆਇਲ ਫਿਲਟਰ ਹੈ ਉਹਦੇ ਨਾਲ ਡਬਲ 에ਅਰ ਫਿਲਟਰ ਹੈ ਠੀਕ ਹੈ ਹਾਈਡ੍ਰੋਲਿਕ ਫਿਲਟਰ ਹੈ ਫਿਲਟਰ ਅਸੀਂ ਗਾਰਡ ਫਿਲਟਰਸ ਤੋਂ ਲੋਕਲ ਡਿਵੈਲਪ ਕਰ ਲੈਣੇ ਤਾਂ ਕਿ ਇੱਕ ਤੇ ਦੀ ਪ੍ਰਾਈਸ ਕਮ ਹੋ ਜਾਏ ਔਰ ਦੂਸਰਾ ਆਸਾਨੀ ਨਾਲ ਸਾਡੇ ਜ਼ਿਮੀਂਦਾਰ ਨੂੰ ਮਿਲਣ ਤੁਹਾਨੂੰ ਫਰੰਟ ਲੁੱਕ ਦਿੱਤੀ ਮੁਕੰਮਲ ਰਿਵਿਊ ਕਰਨਾ ਚਾਹੀਦਾ ਤੁਹਾਡੇ ਤਾਂ 110 ਹਾਰਸ ਪਾਵਰ 4x4 ਹੈ ਜੀ ਅਭੀ ਅਸਲ ਭਾਈ ਕੀਮਤ ਦੱਸਦੀ ਤੁਸੀਂ 80 ਲੱਖ ਰੁਪਏ ਦੀ ਕੀਮਤ ਹੈ ਜੀ 110 ਹਾਰਸ ਪਾਵਰ ਜੀ ਬਿਲਕੁਲ ਤੇ ਐਡਰੈਸ ਤੇ ਰਾਬਤਾ ਨੰਬਰ ਸ਼ੇਅਰ ਕਰ ਦਿਓ ਅਸਲ ਭਾਈ ਅਗਰ ਕੋਈ ਜ਼ਿਮੀਂਦਾਰ ਹਾਂਜੀ ਮੇਰਾ ਨੰਬਰ ਜੀ 0312 14 43 167 ਠੀਕ ਹੈ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਵੈਲਕਮ